as computers translate quickly and accurately, learning foreign languages is a waste of time. To what extent do you agree or disagree? ਕਹਿੰਦੇ ਕਿ ਅੱਜ ਕੱਲ੍ਹ ਜਿਹੜੇ ਕੰਪਿਊਟਰਸ ਨੇ ਠੀਕ ਆ ਨਾ, ਉਹ ਬੜੇ ਹੀ ਤੇਜ਼ੀ ਨਾਲ ਅਤੇ ਬੜੇ ਹੀ ਸਟੀਕਤਾ ਦੇ ਨਾਲ ਕਿਸੇ ਵੀ ਲੈਂਗੁਏਜ ਨੂੰ ਟਰਾਂਸਲੇਟ ਕਰ ਲੈਂਦੇ ਆ ਤੁਹਾਡੀ ਨੇਟਿਵ ਲੈਂਗੁਏਜ ਦੇ ਨਾਲ, ਠੀਕ ਆ, ਕਰ ਲੈਂਦੇ ਆ। ਅਤੇ ਇਸ ਕਰਕੇ ਉਹ ਕਹਿੰਦੇ ਕਿ ਜਿਹੜੀ ਆਪਾਂ ਫੋਰਨ ਲੈਂਗੁਏਜਸ ਪੜ੍ਹਦੇ ਹਾਂ, ਠੀਕ ਆ, ਉਹ ਸਾਡੇ ਲਈ ਕੰਪਲੀਟ ਵੇਸਟ ਆਫ ਟਾਈਮ ਆ। ਕਿੰਨੇ ਕੁ ਹੱਦ ਤੱਕ ਤੁਸੀਂ ਇਸ ਚੀਜ਼ ਦੇ ਨਾਲ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ, ਕਿੰਨਾ ਕਰਦੇ ਹੋ, ਠੀਕ ਆ। ਅਤੇ ਆਪਾਂ ਇਸ ਚੀਜ਼ ਦੇ ਨਾਲ ਪਾਰਸ਼ਲੀ ਐਗਰੀ ਹੋ ਸਕਦੇ ਹਾਂ, ਠੀਕ ਆ, ਆਪਾਂ ਇਸ ਚੀਜ਼ ਨਾਲ ਪਾਰਸ਼ਲੀ ਐਗਰੀ ਹੋ ਸਕਦੇ ਹਾਂ। 70% ਆਪਾਂ ਚੀਜ਼ ਦੇ ਨਾਲ ਕਹਾਂਗੇ ਕਿ ਵੀ ਅਸੀਂ ਐਗਰੀ ਹਾਂ, ਅਤੇ 30% ਆਪਾਂ ਕਹਿ ਸਕਦੇ ਹਾਂ ਕਿ ਆਪਾਂ ਇਸ ਚੀਜ਼ ਦੇ ਨਾਲ ਡਿਸਐਗਰੀ ਹਾਂ। ਹਾਂਜੀ, ਜੇ ਆਪਾਂ ਫੋਰਨ ਲੈਂਗੁਏਜਸ ਕਿ ਪੜ੍ਹਨੀਆਂ ਚਾਹੀਦੀਆਂ ਨੇ ਜਾਂ ਨਹੀਂ ਪੜ੍ਹਨੀਆਂ ਚਾਹੀਦੀਆਂ, ਪੜ੍ਹਨੀਆਂ ਚਾਹੀਦੀਆਂ ਨੇ, ਬਟ ਠੀਕ ਆ। ਹੁਣ ਤੁਸੀਂ ਮੇਰਾ ਇੱਕ ਵਾਰ ਆਈਡੀਆ ਦੇਖਿਓ, ਮੈਂ ਜੋ ਚੀਜ਼ ਇਸ ਦੇ ਵਿੱਚ ਐਕਸਪਲੇਨ ਕਰਨੀ ਹੈ ਕਿ ਪਹਿਲਾਂ ਇੱਕ ਵਾਰ ਆਪਾਂ ਮੋਟੀ ਜੀ ਐਕਸਪਲੇਨੇਸ਼ਨ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਬੋਡੀ ਪੈਰਾਗ੍ਰਾਫ 1 2 3 ਕੀ ਬਣਨਾ, ਕੀ ਨਹੀਂ ਬਣਨਾ, ਜਾਂ ਕੀ ਆਪਣਾ ਇੰਟਰੋਡਕਸ਼ਨ ਬਣਨੀ ਹੈ, ਕੀ ਨਹੀਂ ਬਣਨੀ, ਠੀਕ ਹੈ। ਸਭ ਤੋਂ ਪਹਿਲੇ ਨੰਬਰ 'ਤੇ ਦੇਖੋ ਕਿ ਜਿਹੜਾ ਵੀ ਬੰਦਾ ਕੋਈ ਵੀ ਆਪਣੀ ਟਰਾਂਸਲੇਟ ਕਰਦਾ ਕਿਸੇ ਵੀ ਲੈਂਗੁਏਜ ਨੂੰ, ਹੈ ਨਾ, ਜਾਂ ਲੈਂਗੁਏਜ ਸਿੱਖਦਾ, ਉਹਦੇ ਕੋਲ ਮੋਟਿਵ ਕੀ ਹੁੰਦਾ ਉਸ ਸਿੱਖਣ ਲਈ, ਕਿਸ ਚੀਜ਼ ਦੇ ਕਰਕੇ ਉਹ ਸਿੱਖ ਰਿਹਾ। ਬੰਦਾ ਦੋ ਚੀਜ਼ਾਂ ਦੇ ਕਰਕੇ ਕਿਸੇ ਵੀ ਲੈਂਗੁਏਜ ਨੂੰ ਸਿੱਖਦਾ, ਜਾਂ ਤਾਂ ਉੱਥੇ ਟੈਂਪਰਰੀ ਟਰੈਵਲ ਕਰਨ ਦੇ ਲਈ ਸਿੱਖਦਾ, ਜਾਂ ਤਾਂ ਉੱਥੇ ਪਰਮਾਨੈਂਟਲੀ ਜਾਣ ਲਈ ਸਿੱਖਦਾ ਵਾ, ਠੀਕ ਆ। ਹਰੇਕ ਬੰਦੇ ਕੋਲ ਫੋਰਨ ਲੈਂਗੁਏਜ ਸਿੱਖਣ ਦੇ ਦੋ ਕਾਰਨ ਹੁੰਦੇ ਆ, ਜਾਂ ਤਾਂ ਉਸ ਬੰਦੇ ਨੇ ਉੱਥੇ ਵਰਕ ਜਾਂ ਸਟੱਡੀ ਦੇ ਲਈ ਟੈਂਪਰਰੀ ਤੌਰ 'ਤੇ ਜਾਣਾ ਵਾ, ਜਾਂ ਟਰੈਵਲਿੰਗ ਦੇ ਲਈ ਜਾਣਾ, ਜਾਂ ਤਾਂ ਉਸ ਬੰਦੇ ਨੇ ਉੱਥੇ ਪਰਮਾਨੈਂਟਲੀ ਜਾਣਾ ਵਾ ਅਤੇ ਉੱਥੇ ਦਾ ਰੈਸੀਡੈਂਟ ਬਣ ਜਾਣਾ। ਸੋ ਦੈਟ ਇਜ਼ ਵਾਈ ਬੰਦਾ ਦੋ ਕਾਰਨਾਂ ਕਰਕੇ ਲੈਂਗੁਏਜ ਸਿੱਖਦਾ। ਜੇ ਤਾਂ ਪਹਿਲਾ ਕਾਰਨ ਆ ਟੈਂਪਰਰੀ ਤੌਰ ਦੇ ਉੱਤੇ ਜਾ ਰਿਹਾ ਬੰਦਾ, ਫਿਰ ਕੀ ਚੀਜ਼ ਹੋ ਸਕਦੀ ਹੈ, ਫਿਰ ਆਪਾਂ ਕਹਿ ਸਕਦੇ ਹਾਂ ਕਿ ਵੀ ਬੰਦੇ ਨੂੰ ਲੈਂਗੁਏਜ ਸਿੱਖਣ ਦੀ ਲੋੜ ਨਹੀਂ, ਟੈਕਨੋਲੋਜੀ ਦੇ ਬੇਸ ਦੇ ਉੱਤੇ ਉਹ ਬੰਦਾ ਆਪਣੀ ਉੱਥੇ ਸਰਵਾਈਵਲ ਕਰ ਸਕਦਾ, ਠੀਕ ਹੈ। ਲਾਈਕ ਅੱਜ ਕੱਲ੍ਹ ਗੂਗਲ ਟਰਾਂਸਲੇਟਰ ਜਾਂ ਹੋਰ ਕਈ ਐਸੀ ਡਿਕਸ਼ਨਰੀਜ਼ ਜਾਂ ਹੋਰ ਟਰਾਂਸਲੇਟਰ ਐਸੇ ਹੈਗੇ ਆ। ਕਨਵਰਸੇਸ਼ਨ ਮੋਡ ਹੁੰਦਾ ਕਿ ਲਾਈਕ ਜਦ ਕੋਈ ਬੰਦਾ ਦੂਸਰੀ ਲੈਂਗੁਏਜ ਬੋਲ ਰਿਹਾ, ਸਾਨੂੰ ਉਹਦੇ 'ਤੇ ਲਿਖਿਆ ਆ ਜਾਂਦਾ ਕਿ ਬੰਦਾ ਇਹ ਤੁਹਾਡੀ ਲੈਂਗੁਏਜ ਵੀ ਇਸ ਚੀਜ਼ ਕਹਿ ਰਿਹਾ ਵਾ। ਉਹਦੇ ਵਿੱਚ ਕੈਮਰਾ ਮੋਡ ਹੁੰਦੇ ਆ, ਲਾਈਕ ਜੇ ਕੋਈ ਚੀਜ਼ ਲਿਖੀ ਹੋਈ ਆ, ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਸਿੱਖਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਕਿ ਕੀ ਲਿਖਿਆ ਹੋਇਆ, ਉਹਦੇ 'ਤੇ ਬਸ ਕੈਮਰਾ ਕਰ ਦਿਓ, ਉਹ ਸਾਈਨ ਬੋਰਡ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਉਹ ਟਰਾਂਸਲੇਟ ਕਰਕੇ ਸਾਨੂੰ ਸਾਡੀ ਲੈਂਗੁਏਜ 'ਚ ਦੱਸ ਦੂਗਾ ਅਤੇ ਸਾਨੂੰ ਪਤਾ ਲੱਗ ਜੂ ਉਹਦੇ ਵਿੱਚ ਕੀ ਚੀਜ਼ ਲਿਖੀ ਹੋਈ ਹੈ, ਠੀਕ ਹੈ। ਸੋ ਐਸੇ ਮੋਡਸ ਹੁੰਦੇ ਜਿਨ੍ਹਾਂ ਦੇ ਕਰਕੇ ਟਰਾਂਸਲੇਸ਼ਨ ਬਹੁਤ ਸੌਖੀ ਹੋਈ ਪਈ ਹੈ, ਸਾਨੂੰ ਕਿਸੇ ਇੰਟਰਪ੍ਰੇਟਰ ਦੀ ਲੋੜ ਨਹੀਂ ਰਹਿ ਗਈ, ਠੀਕ ਹੈ। ਸੋ ਦੈਟ ਇਜ਼ ਵਾਈ ਜੇ ਤਾਂ ਟੈਂਪਰਰੀ ਬੇਸਿਸ 'ਤੇ ਜਾ ਰਿਹਾ ਤਾਂ ਇਹ ਚੀਜ਼ ਹੁੰਦੀ ਆ। ਬਟ ਜੇ ਬੰਦਾ ਪਰਮਾਨੈਂਟਲੀ ਜਾ ਰਿਹਾ ਕਿਸੇ ਥਾਂ ਦੇ ਉੱਤੇ ਰਹਿਣ ਦੇ ਲਈ, ਤਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਨੂੰ ਉੱਥੇ ਦੀ ਫੋਰਨ ਲੈਂਗੁਏਜ ਸਿੱਖਣੀ ਚਾਹੀਦੀ, ਇੱਕ ਨੈਸੈਸਿਟੀ ਆ ਉਸ ਬੰਦੇ ਦੇ ਲਈ। ਬਿਕੋਜ਼ ਟਰਾਂਸਲੇਸ਼ਨ ਐਪਸ ਹੁੰਦੀਆਂ ਜਿਹੜੀਆਂ, ਇਹ ਆਏ ਦਿਨ ਡਿਵੈਲਪ ਕਰਦੀਆਂ ਰਹਿੰਦੀਆਂ ਨੇ। ਜੇ ਕੋਈ ਐਸਾ ਪ੍ਰੋਫੈਸ਼ਨਲ ਬੰਦਾ ਹੀ ਨਹੀਂ ਹੋਊਗਾ ਜਿਹਨੂੰ ਉਸ ਲੈਂਗੁਏਜ ਬਾਰੇ ਟੋਟਲੀ ਪਤਾ ਨਹੀਂ ਹੈਗਾ, ਤਾਂ ਉਸ ਜਿਹੜੀ ਟਰਾਂਸਲੇਸ਼ਨ ਐਪਸ ਨੇ ਉਹਨਾਂ ਨੇ ਵੀ ਨਹੀਂ ਚੰਗੀ ਤਰੀਕੇ ਨਾਲ ਡਿਵੈਲਪ ਹੋ ਪਾਉਣਾ, ਠੀਕ ਹੈ। ਸੋ ਨਾਲ ਦੀ ਨਾਲ ਆਪਾਂ ਇਹ ਵੀ ਚੀਜ਼ ਕਹਿ ਸਕਦੇ ਹਾਂ ਕਿ ਜੇ ਬੰਦੇ ਨੂੰ ਲੈਂਗੁਏਜ ਨਹੀਂ ਆਉਂਦੀ ਅਤੇ ਉਹ ਪੱਕੇ ਤੌਰ 'ਤੇ ਰਹਿ ਰਿਹਾ ਵਾ, ਠੀਕ ਹੈ ਨਾ, ਤਾਂ ਉਹਨੂੰ ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਉਹ ਥਾਂ ਦੀਆਂ ਜਿੱਥੇ ਉਹਨੇ ਰਹਿਣਾ ਵਾ, ਜਿਹੜੀਆਂ ਉਹਨੂੰ ਨਹੀਂ ਮਿਲਦੀਆਂ ਹੈਗੀਆਂ, ਜਿਹੜੀਆਂ ਫੈਸਿਲਿਟੀਜ਼ ਨਹੀਂ ਮਿਲਦੀਆਂ ਹੈਗੀਆਂ। ਦੂਸਰੇ ਨੰਬਰ 'ਤੇ ਆਪਾਂ ਇਹ ਵੀ ਚੀਜ਼ ਕਹਿ ਸਕਦੇ ਹਾਂ ਕਿ ਜੇ ਕਿਸੇ ਬੰਦੇ ਨੂੰ ਇੱਕ ਪਰਟੀਕੂਲਰ ਲੈਂਗੁਏਜ ਨਹੀਂ ਆਉਂਦੀ ਇੱਕ ਥਾਂ ਦੀ, ਅਤੇ ਉਸ ਦੇ ਕੋਲ ਕੋਈ ਟੈਕਨੋਲੋਜੀ ਵੀ ਅਵੇਲੇਬਲ ਨਹੀਂ ਹੈਗੀ, ਸੋ ਉਸ ਟਾਈਮ ਦੇ ਉੱਤੇ ਉਹ ਬੰਦਾ ਅਨੇਬਲ ਹੋ ਸਕਦਾ ਵਾ ਕਿਸੇ ਵੀ ਬੰਦੇ ਨਾਲ ਕਨੈਕਸ਼ਨ ਕਰਨ ਦੇ ਲਈ। ਲਾਈਕ ਕਈ ਕਰੂਸ਼ੀਅਲ ਹਾਲਾਤ ਐਸੇ ਹੁੰਦੇ ਆ ਕਿ ਲਾਈਕ ਬੰਦੇ ਦਾ ਐਕਸੀਡੈਂਟ ਹੋਇਆ, ਠੀਕ ਹੈ, ਉਸ ਐਕਸੀਡੈਂਟ ਦੇ ਵਿੱਚ ਸਾਰੀ ਜਿਹੜੀ ਟੈਕਨੋਲੋਜੀ ਸੀ, ਮੋਬਾਈਲ ਫੋਨ ਟੁੱਟ ਗਿਆ, ਜੇ ਸਾਡੇ ਕੋਲ ਗੱਡੀ ਕੋਈ ਡਿਜੀਟਲ ਸੀਗੀ ਗੱਡੀ ਟੁੱਟ ਗਈ, A to Z ਸਾਰਾ ਕੁਝ ਟੁੱਟ ਗਿਆ। ਹੁਣ ਜੇ ਬੰਦਾ ਦੂਸਰੇ ਨੂੰ ਕਹਿ ਨਹੀਂ ਸਕਦਾ, ਆਪਣੀ ਗੱਲ ਸਮਝਾ ਹੀ ਨਹੀਂ ਸਕਦਾ ਵੀ ਮੇਰੇ ਨਾਲ ਹੋਇਆ ਕੀ ਆ, ਅਤੇ ਉਹ ਉਸੇ ਟਾਈਮ ਦੇ ਉੱਤੇ ਬੰਦਾ ਖਤਮ ਹੋ ਸਕਦਾ, ਮਰ ਸਕਦਾ। ਬਟ ਜੇ ਉੱਤੇ ਬੰਦਾ ਉਹ ਕਹਿ ਦੇਵੇ ਵੀ ਹਾਂਜੀ ਵੀ ਮੇਰੀ ਹੈਲਪ ਕਰ ਦਿਓ, ਬਿਕੋਜ਼ ਕਈ ਵਾਰ ਲੋਕੀ ਕੀ ਹੁੰਦਾ ਕਿ ਆਪਣੀ ਸੇਮ ਲੈਂਗੁਏਜ ਵਾਲੇ ਬੰਦੇ ਦੀ ਹੈਲਪ ਕਰ ਦਿੰਦੇ ਆ, ਜਿਹੜੇ ਬੰਦੇ ਦੀ ਲੈਂਗੁਏਜ ਵੀ ਸਮਝ ਨਹੀਂ ਆਉਂਦੀ ਉਹ ਨਾਲ 'ਚ ਨਿਕਲ ਜਾਂਦਾ, ਕੋਈ ਬੰਦਾ ਹੈਲਪ ਵੀ ਨਹੀਂ ਕਰਦਾ ਹੈਗਾ, ਠੀਕ ਆ। ਉਹ ਸਾਰੇ ਕੰਡੀਸ਼ਨਸ ਹੋ ਸਕਦੀਆਂ, ਆਹ ਸਾਰੀਆਂ ਚੀਜ਼ਾਂ ਆਪਾਂ ਇਹ 'ਚ ਐਕਸਪਲੇਨ ਕਰ ਸਕਦੇ ਹਾਂ। ਹੁਣ ਚੰਗੀ ਤਰੀਕੇ ਨਾਲ ਸੁਣਿਓ ਕਿ ਆਪਾਂ ਕਿਹੜੇ BP 'ਚ ਕੀ ਬਣਾਉਣਾ, ਕੀ ਨਹੀਂ ਬਣਾਉਣਾ। ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਇੰਟਰੋਡਕਸ਼ਨ ਬਣਾਵਾਂਗੇ ਇਸ ਪੂਰੇ ਟਾਸਕ ਦੀ, ਟੌਪਿਕ ਦੀ, ਠੀਕ ਹੈ, ਟਾਸਕ 2 ਦੀ।
उस इंट्रोडक्शन दे विच आपां चीज़ लिखांगे, इट इज़ अनडिनाइबल फैक्ट दैट टैक्नोलॉजी इज़ डेवलपिंग एवरी डे इन एवरी फील्ड। ट्रांसलेटर्स आर वन ऑफ इट्स काइंड। ठीक है, ट्रांसलेटर्स आर वन ऑफ इट्स काइंड। सम पीपल थिंक दैट इट कैन बी बेटर rather than learning any type of foreign language. However, I opine to learn foreign languages for some conditions. Also, I am partially agree to this notion. ठीक है, आ चीज़ होगी, आ साडी इंट्रोडक्शन है। जिहड़ा बॉडी पैराग्राफ होगा वो चीज़ की होगी, ਉਹਦੇ ਵਿੱਚ ਆਪਾਂ ਕੀ ਚੀਜ਼ ਲਿਖਾਂਗੇ। बॉडी पैराग्राफ 1 ਦੇ ਵਿੱਚ ਆਪਾਂ ਕਹਾਂਗੇ ਕਿ ਹਾਂਜੀ ਜਿਹੜੀ ਟਰਾਂਸਲੇਟਰਸ ਨੇ ਹੈਗੇ ਨੇ, ਠੀਕ ਆ ਉਹ ਚੀਜ਼ਾਂ ਵੀ ਸਾਨੂੰ ਜ਼ਰੂਰੀ ਨੇ। ਲਾਈਕ ਉਹਦਾ ਇੱਕ ਆਪਾਂ ਬੀਪੀ ਬਣਾਵਾਂਗੇ ਕਿ ਜਿਹੜੇ ਟਰਾਂਸਲੇਟਰਸ ਨੇ ਉਹ ਸਾਡੇ ਲਈ ਜ਼ਰੂਰੀ ਨੇ। ਆਪਾਂ ਇਹਦੇ ਵਿੱਚ ਜੇ 50-50 ਕਰਦੇ ਤਾਂ ਕਾफ़ी ਜ਼ਿਆਦਾ ਵਧੀਆ ਰਹੂਗਾ। ਠੀਕ ਹੈ, ਉੱਪਰ ਜਿੱਥੇ ਮੈਂ ਪਾਰਸ਼ਲ ਲਿਖਾ ਤਾਂ ਮਿਕਸਡ ਓਪੀਨੀਅਨ ਕਹਿ ਦਿਓ। ਠੀਕ ਆ, ਆਈ ਹੈਵ ਅ ਮਿਕਸਡ ਓਪੀਨੀਅਨ ਫॉर ਦਿਸ ਨੋਸ਼ਨ। ਠੀਕ ਹੈ, तो उस तो बाद जो 50% आप डाटा एक बीपी च देना, 50% एक बीपी च देना। और जो उपर एक बीपी च 50% आप डाटा देना, वो देखो मैं की चीज़ लिखनी है। वो मैं टोटली जाऊँगा टैक्नोलॉजी के पासे। ठीक है, वो मैं टोटली कहूँगा कि टैक्नोलॉजी है जी वो काफ़ी अजकल एडवांस हो चुकी है। आप टैक्नोलॉजी के उत्ते भरोसा कर सकते हैं। तो नाल दी नाल टैक्नोलॉजी के कई सारी ऐसी एप्लीकेशनस आउंदियां ने, कई सारे ऐसे सॉफ्टवेयर्स आते हैं जिन्हों के नाल आपां ट्रांसलेशन कर सकते हैं किसी एक लैंगुएज की दूजी लैंगुएज दे विच, है ना। फॉर इंस्टांस कई लोग होंगे आ कि गूगल ट्रांसलेटर वरतते आ। लाइक जद है ना इंडियन पीपल या ना कोई एक एग्जाम्पल आ दिओ भी फॉर इंस्टांस भी तुहाडा कोई ब्रदर गया सीगा, ब्रदर सिस्टर गया कोई, है ना, उन्होंने इंग्लिश आउंदी सीगी, उन्होंने फ्रेंच नहीं आउंदी सीगी, बट वो मॉन्ट्रियल गया। मॉन्ट्रियल जाके सारे साइन बोर्ड्स होंगे आ जिहड़े फ्रेंच च होंदे आ, ए टू जेड चीज़ां फ्रेंच च होंदियां, बंदे नूं नौकरी तक नहीं मिलती मॉन्ट्रियल दे विच जे इंग्लिश भी आउंदी आ तुहानूं। ठीक है, तो उस बंदे ने एयरपोर्ट चों बाहर निकलना सी, उहनूं बहुत औखा हो गया। उत्थे सारे फ्रेंच पीपल सीगे, तो उस टाइम तो उन्हें गूगल ट्रांसलेटर डाउनलोड किया, तो उहदे नाल उहने सारियां चीज़ां स्कैन करके तां एग्जिट होया, क्योंकि गूगल ट्रांसलेटर सीगा जिन्हें फ्रेंच नूं अपने इंग्लिश च कन्वर्ट करके उन्हें दस्सिया कि भी ये साइन बोर्ड का मतलब हैगा भी एग्जिट होवो। ठीक है, सो इस करके कई ऐसी सिचुएशनस होंदियां ने जिथे सानू भावें साडी कोई लैंगुएज आउंदी है बट कोई थर्ड लैंगुएज कोई ऐसी निकल आती जिहड़ी सानू नहीं आउंदी होंदी, तो उस थां दे उत्ते ट्रांसलेटर बड़ी एक सोहनी चीज़ होंदी है जिहड़ी सानू एट ए टाइम दे उत्ते साडा हल कर दिंदी है, लाइक सोल्यूशन दे दिंदी है। ठीक है, हैल्प कर दिंदी है। बट एट ए टाइम दे उत्ते तुहानू जे कोई ऐसा काम भी है नहीं फ्रेंच का भी हाँ तुहानू पूरी जिंदगी दे उत्ते करना भी ਉਹਦੇ सहारे तुसीं अपनी कमाई करनी है, तो तुहानू वो लैंगुएज पढ़न की लोड़ नहीं होंदी क्योंकि तुसीं उत्थे टैंपरेरी तौर पर जा रहे होंगे। ठीक है, इस हिसाब नाल जे बंदे लैंगुएज पढ़न लग गया हरेक थां ते जाण दे लई, तां पूरी दुनिया दे विच 207 देश ने ते हज़ारां ही लैंगुएजिस ने, हज़ारां लखां लैंगुएजिस ने, सारियां लैंगुएजिस नहीं पढ़ियां जा सकदियां। सो दैट इज़ वाई एट उस टाइम दे उत्ते अपने टैक्नोलॉजी काम ते आउंदी है कि टैक्नोलॉजी दे नाल असीं उस लैंगुएजिस नूं स्टडी कर सकदे हुंदे आ, ते परमानेंट नहीं टैंपररी क्यों सानू साडी टैक्नोलॉजी दे दिंदी है। आ सारी गल आपां BP 1 दे विच दस देना, BP 2 दे विच आपां डिफाइन करना कि हर टाइम दे उत्ते टैक्नोलॉजी अवेलेबल नहीं हो सकती। लाइक जे कोई बंदा लाइक मैं तुहानूं एक दसी सी कि लाइक किसी बंदे दा मन्नो कोई मिसहैपनिंग हो गई, ठीक है, जां चोरी हो गई, तो ਉਹਦਾ मोबाइल फोन छीनिया गया, ਉਹਦਾ मोबाइल फोन टुट गया ਜਾਂ कोई कार सी वो भी टुट गई। ठीक है, ਹੁਣ ਉਹ ਬੰਦੇ ਨੂੰ ਹੈਲਪ ਚਾਹੀਦੀ ਹੈ, ਜੇ ਉਹਨੂੰ ਟੈਕਨੋਲੋਜੀ ਦੇ ਉੱਤੇ ਨਿਰਭਰ ਸੀਗਾ ਬੰਦਾ ਤੇ ਉਹਨੂੰ ਲੈਂਗੁਏਜ ਜਮਾਂ ਵੀ ਨਹੀਂ ਆਉਂਦੀ ਹੈਗੀ, ਤਾਂ ਉਹ ਬੰਦਾ ਹੈਲਪ ਵੀ ਨਹੀਂ ਮੰਗ ਸਕਦਾ ਕਿਸੇ ਬੰਦੇ ਤੋਂ। ਠੀਕ ਹੈ, ਤੇ ਸਟ੍ਰੇਂਜਰਸ ਨੂੰ ਲੋਕੀ ਹੈਲਪ ਵੀ ਨਹੀਂ ਦਿੰਦੇ ਹੈਗੇ, ਲਾਈਕ ਘੱਟੋ ਘੱਟ ਬੰਦੇ ਦੀ ਲੈਂਗੁਏਜ ਆਉਣੀ ਚਾਹੀਦੀ ਹੈ। ਠੀਕ ਹੈ, ਸੋ ਆਹ ਸਾਰੇ ਕਾਰਨ ਹੁੰਦੇ ਆ ਜਿਨ੍ਹਾਂ ਦੇ ਕਰਕੇ ਟੈਕਨੋਲੋਜੀ ਦੇ ਉੱਤੇ ਇੰਨਾ ਜ਼ਿਆਦਾ ਰਿਲਾਈ ਨਹੀਂ ਕਰਨਾ ਚਾਹੀਦਾ ਹੈਗਾ। ਲੋਕਾਂ ਨੂੰ ਆਪ ਵੀ ਲੈਂਗੁਏਜ ਸਿੱਖਣੀ ਚਾਹੀਦੀ ਹੈ, ਬਿਕੋਜ਼ ਜੇ ਲੋਕੀ ਆਪ ਲੈਂਗੁਏਜ ਸਿੱਖਣਗੇ ਤਾਂ ਹੀ ਅੱਗੋਂ ਐਸੇ ਐਕਸਪਰਟ ਬੰਦੇ ਨਿਕਲ ਕੇ ਸਾਹਮਣੇ ਆਉਣਗੇ ਜਿਹੜੇ ਕਿ ਉਹ ਜਿਹੜੀ ਅੱਜ ਕੱਲ੍ਹ ਦੀ ਟੈਕਨੋਲੋਜੀ ਆ ਜਾਂ ਟਰਾਂਸਲੇਸ਼ਨ ਐਪਸ ਨੇ, ਠੀਕ ਆ, ਟਰਾਂਸਲੇਟਰਸ ਨੇ, ਉਹਨਾਂ ਨੂੰ ਹੋਰ ਬਿਹਤਰ ਬਣਾ ਸਕਣਗੇ। ਠੀਕ ਹੈ, ਸੋ ਦੈਟ ਇਜ਼ ਵਾਈ ਆਪਣੇ ਦੁਨੀਆ ਦੇ ਵਿੱਚ ਲੈਂਗੁਏਜ ਸਿੱਖਣਾ ਵੀ ਜ਼ਰੂਰੀ ਹੈ, ਬਟ
ਸਿਰਫ ਉਸ ਟਾਈਮ ਤੇ ਜ਼ਿਆਦਾ ਆਪਾਂ ਪਰਮਾਨੈਂਟਲੀ ਕਿਸੇ ਥਾਂ ਤੇ ਜਾ ਰਹੇ ਹਾਂ ਜਾਂ ਪਰਮਾਨੈਂਟਲੀ ਕਿਸੇ ਥਾਂ ਤੇ ਟਰੈਵਲ ਕਰ ਰਹੇ ਹਾਂ ਜਾਂ ਸਾਡੀ ਇਹ ਨੈਸੈਸਿਟੀ ਆ ਕਿ ਲੈਂਗੁਏਜ ਸਿੱਖਣੀ ਪਵੇਗੀ ਸਾਨੂੰ, ਠੀਕ ਆ। ਲਾਈਕ ਜੇ ਕਈ ਥਾਂ ਤੇ ਅਸੀਂ ਸਟੱਡੀ ਕਰਨ ਲਈ ਵੀ ਜਾਂਦੇ, ਉੱਥੇ ਵੀ ਸਾਡੇ ਲਈ ਨੈਸੈਸਰੀ ਹੁੰਦਾ ਕਿ ਉਹਨਾਂ ਦੀ ਲੈਂਗੁਏਜ ਹੈ ਨਾ, ਉਹਨਾਂ ਦੀ ਫਸਟ ਲੈਂਗੁਏਜ ਸਾਨੂੰ ਸਿੱਖਣੀ ਪੈਂਦੀ ਹੈ। ਲਾਈਕ ਆਪਾਂ ਜਿੱਦਾਂ ਇੰਗਲਿਸ਼ ਆਇਲਸ ਦੇ ਵਿੱਚ ਇੰਗਲਿਸ਼ ਟੋਟਲੀ ਸਿੱਖਦੇ ਹਾਂ। ਆਇਲਸ ਇੱਕ ਟੈਸਟ ਹੁੰਦਾ ਕਿ ਹਾਂਜੀ ਤੁਹਾਨੂੰ ਉੱਥੇ ਪੜ੍ਹਨ ਜੋਗੀ ਇੰਗਲਿਸ਼ ਆਉਂਦੀ ਆ, ਠੀਕ ਹੈ। ਜੇ ਤੁਹਾਡੇ ਸਾਰਿਆਂ 'ਚ 6 ਓਵਰਆਲ 6.5 ਆਉਂਦੇ, ਸੋ ਆਹ ਇੱਕ ਬੇਸਿਕ ਟੈਸਟ ਹੁੰਦਾ ਇੰਗਲਿਸ਼ ਦਾ ਕਿ ਤੁਹਾਨੂੰ ਉਹਨਾਂ ਦੀ ਇੰਗਲਿਸ਼ ਆਉਂਦੀ ਆ ਅਤੇ ਤੁਸੀਂ ਉੱਥੇ ਸਰਵਾਈਵ ਕਰ ਸਕਦੇ ਹੋ। ਸੋ ਇੱਦਾਂ ਦੇ ਪ੍ਰੋਗਰਾਮ ਬਣੇ ਹੁੰਦੇ ਆ ਕਿ ਹਰੇਕ ਲਹਿਦੇ ਦੇਸ਼ 'ਚ ਸਟੱਡੀ ਦੇ ਲਈ ਬੰਦਾ ਜਾ ਰਿਹਾ ਤਾਂ ਉਹਨੂੰ ਇੰਨੇ ਕੁ ਲੈਵਲ ਦੀ ਇੰਗਲਿਸ਼ ਆਉਣੀ ਚਾਹੀਦੀ, ਇੰਨੇ ਲੈਵਲ ਦੀ ਉਹਨਾਂ ਦੀ ਲੈਂਗੁਏਜ ਆਉਣੀ ਚਾਹੀਦੀ ਆ। ਸੋ ਦੈਟ ਇਜ਼ ਵਾਈ ਕਈ ਥਾਵਾਂ ਦੇ ਉੱਤੇ ਨਾ ਕੰਪਲਸਰੀ ਹੁੰਦਾ ਲੈਂਗੁਏਜ ਸਿੱਖਣਾ, ਕਈ ਥਾਂ 'ਤੇ ਨਹੀਂ। ਬਟ ਇਹ ਮੇਨ ਬੰਦੇ ਦੀ ਆਪਣੀ ਚੋਇਸ ਹੁੰਦੀ ਆ ਕਿ ਜੇ ਟੈਂਪਰੇਰੀ ਤੌਰ 'ਤੇ ਜਾ ਰਿਹਾ ਤਾਂ ਟਰਾਂਸਲੇਟਰ ਵਰਤ ਸਕਦਾ, ਜੇ ਪਰਮਾਨੈਂਟਲੀ ਜਾ ਰਿਹਾ ਤਾਂ ਉਹਨੂੰ ਲੈਂਗੁਏਜ ਸਿੱਖਣੀ ਪੈਣੀ ਹੈ। ਅਤੇ ਆਪਾਂ ਰਿਜ਼ਲਟ 'ਚ ਵੀ ਆਹੀ ਚੀਜ਼ ਲਿਖਾਂਗੇ ਕਿ all in all it is evident that it totally depends on a person who is traveling या who is commuting to other nation or country, ठीक है। if he is traveling for the temporary basis then he don't have to learn or study the foreign language, and if he is going for becoming a permanent resident of that very place, so that can be a time when he should learn and he should read about their language, their native language, ठीक है। सो आह अज दा टॉपिक सी।